गुड मॉर्निंग डियर स्टूडेंट। ਅੱਜ ਅਸੀਂ ਕਰਨ ਜਾ ਰਹੇ ਹਾਂ ਸਾਡਾ ਅਗਲਾ ਪਾਠ 9 ਫਸਲਾਂ ਦੀ ਕਹਾਣੀ। ਇਸ ਪਾਠ ਵਿੱਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਫਸਲਾਂ ਹੋਂਦ ਵਿੱਚ ਆਈਆਂ ਅਤੇ ਇੱਕ ਬੀਜ ਤੋਂ ਕਿਸ ਤਰ੍ਹਾਂ ਪੂਰੀ ਖੇਤੀ ਸ਼ੁਰੂ ਹੋ ਗਈ। ਹੁਣ ਅਸੀਂ ਪੜਾਂਗੇ ਫਸਲਾਂ ਦੀ ਕਹਾਣੀ। ਬੱਚੋ ਪਹਿਲਾਂ ਸਾਡੀ ਕਹਾਣੀ ਸੁਣੋ। बहुत पुरानी है साडी कहानी। पाठ विच बार-बार साडी शब्द आवेगा। साडी तो भाव है फसलां, क्योंकि फसलां अपनी कहानी सुना रही हैं। जिथे भी साडी शब्द आवेगा उसका भाव है फसलां। बहुत पुरानी है साडी कहानी। सच मनो तो असी ही तुहाडी मनुखी सभ्यता दे बीज बीजे हैं। सभ्यता हुंदा है उत्थों किसी भी इलाके दे लोकां दा रहन सहन, खाण पीण, पहरावा सब कुछ उस इलाके दी सभ्यता हुंदी है। सभ्यता दे बीज बीजे हैं। नहीं तो तुहाडे पुरखे की सन? सिर्फ आदि मनुख ही ना। लगभग 1 ਲੱਖ साल पुरानी गल है। तुहाडे पुरखे मतलब बजुर्ग। तुहाडे बजुर्ग उदों गुफावां विच रहिंदे सन। भोजन लई थां थां भटकदे रहिंदे सन। चारे पासे संघने जंगल अते उन्हां जंगलां विच सी जंगली जानवर, हरे भरे दरखत, घाह, लंबियां वेलां अते झाड़ियां आदि। भुख लगदी तां तुहाडे पुरखे आदि मनुख भोजन दी भाल विच निकले, जंगली जानवरां दा शिकार करदे जां कंद मूल इकट्ठा कर लिआउंदे। कंद मूल जंगल दे विचों कुछ भी खाण लई जो भी मिलदा, घाह फूस जां कुछ भी अजिहा फल ओह इकट्ठा कर लिआउंदे। यही इन्हां दा भोजन सी, कंद मूल, कच्चे फल फुੱਲ ਅਤੇ मांस। ਇੱਕ ਵਾਰ ਦੀ ਗੱਲ ਹੈ, ਆਦि ਮਨੁੱਖ शिकार ਦੀ ਭਾਲ ਵਿੱਚ ਨਿਕਲਿਆ। ਗੁਫਾ ਵਿੱਚ ਉਸ ਦੀ ਪਤਨੀ ਅਤੇ ਬੱਚੇ ਹੀ ਸਨ। ਉਹ ਬਾਹਰ ਨਿਕਲੇ, ਹਵਾ ਵਿੱਚ ਲਹਿਰਾਉਂਦੇ ਘਾਹ ਨੂੰ ਵੇਖਿਆ। ਉਦੋਂ ਹੀ ਉਸਤੇ ਕੁਝ ਬੀਜ ਡਿੱਗ ਪਏ ਸਨ, ਜਿਨ੍ਹਾਂ ਨੂੰ ਆਪਣੀ ਗੁਫਾ ਵਿੱਚ ਲੈ ਗਏ। ਉਦੋਂ ਉਹਨਾਂ ਬੀਜਾਂ ਨੂੰ ਬਾਹਰ ਸੁੱਟ ਦਿੱਤਾ ਗਿਆ। ਮਤਲਬ ਜਦੋਂ ਘਾਹ ਦੇ ਜੋ ਪੱਕੇ ਹੋਏ ਘਾਹ ਦੇ ਕੁਝ ਬੀਜ ਸੀ ਉਹ ਉੱਥੇ ਡਿੱਗ ਪਏ ਅਤੇ ਉਹ ਗੁਫਾ ਵਿੱਚ ਲੈ ਗਏ। ਉੱਥੋਂ ਉਹਨਾਂ ਨੇ ਕੀ ਕੀਤਾ, ਉਹਨਾਂ ਬੀਜਾਂ ਨੂੰ ਆਪਣੀ ਗੁਫਾ 'ਚੋਂ ਬਾਹਰ ਸੁੱਟ ਦਿੱਤਾ। ਮੀਂਹ ਪਿਆ, ਧਰਤੀ ਗਿੱਲੀ ਹੋ ਗਈ। ਨਮੀ ਪਾ ਕੇ ਬੀਜ ਪੁੰਗਰਨੇ ਸ਼ੁਰੂ ਹੋ ਗਏ। ਫੁਟਾਰਾ ਹੌਲੀ ਹੌਲੀ ਮਤਲਬ ਪੁੰਗਰਨਾ ਬੀਜਾਂ ਦਾ ਹੌਲੀ ਹੌਲੀ ਘਾਹ ਵਿੱਚ ਬਦਲ ਗਿਆ ਅਤੇ ਉਸ ਤੋਂ ਫੇਰ ਤੋਂ ਬੀਜ ਬਣ ਗਏ। ਜਦੋਂ ਘਾਹ ਪੱਕ ਗਿਆ ਉਸ ਘਾਹ ਤੋਂ ਫੇਰ ਬੀਜ ਬਣ ਗਏ। ਉਹ ਬੀਜ ਫੇਰ ਝੜ ਗਏ। ਪਰਿਵਾਰ ਹੈਰਾਨੀ ਨਾਲ ਵੇਖਦਾ ਰਹਿ ਗਿਆ। ਉਹਨਾਂ ਫੇਰ ਤੋਂ ਬੀਜ ਇਕੱਠੇ ਕੀਤੇ ਅਤੇ ਧਰਤੀ ਵਿੱਚ ਦੱਬ ਦਿੱਤੇ। ਬੀਜ ਫੇਰ ਉੱਗ ਪਏ ਅਤੇ ਸਮਝੋ ਸਾਡਾ ਜਨਮ ਹੋ ਗਿਆ। ਸਾਡਾ ਮਤਲਬ ਫਸਲਾਂ ਦਾ ਜਨਮ ਹੋ ਗਿਆ। ਇਸ ਤਰ੍ਹਾਂ ਉਹ ਬੀਜ ਜੋ ਪਰਿਵਾਰ ਸੀ ਉਹ ਬਾਹਰ ਸੁੱਟਦਾ ਗਿਆ। ਮੀਂਹ ਪੈਂਦਾ ਅਤੇ ਉਹ ਬੀਜ ਫੇਰ ਪੁੰਗਰਨੇ ਸ਼ੁਰੂ ਹੋ ਜਾਂਦੇ। ਇਸ ਤਰ੍ਹਾਂ ਹੋਰ ਬੀਜ ਉਸ ਤੋਂ ਬਣ ਜਾਂਦੇ। ਇਸ ਤਰ੍ਹਾਂ ਕੀ ਸੀ, ਖੇਤੀ ਦਾ ਆਰੰਭ ਸ਼ੁਰੂ ਹੋਇਆ। ਸਾਡਾ ਮਤਲਬ ਫਸਲਾਂ ਦਾ। ਹਾਂ, ਸਾਡੇ ਵਿੱਚੋਂ ਕਈ ਫਸਲਾਂ ਨੂੰ ਇਸੇ ਤਰ੍ਹਾਂ ਤੁਹਾਡੇ ਪੁਰਖਿਆਂ ਨੇ ਪਾਲਤੂ ਬਣਾਇਆ। ਕਈ ਫਸਲਾਂ ਦੇ ਬੀਜ ਬੀਜੇ, ਕਈ ਫਸਲਾਂ ਦੀਆਂ ਜੜ੍ਹਾਂ ਲਾਈਆਂ। ਇਸ ਤਰ੍ਹਾਂ ਖੇਤੀ ਦੀ ਸ਼ੁਰੂਆਤ ਹੋਈ। ਘਾਹ ਫੂਸ ਸਾਫ਼ ਕਰਕੇ ਆਦਿ ਮਨੁੱਖ ਨੇ ਖੇਤ ਬਣਾਉਣੇ ਸ਼ੁਰੂ ਕਰ ਦਿੱਤੇ। ਲੱਕੜ, ਪੱਥਰ ਜਾਂ ਜਾਨਵਰਾਂ ਦੇ ਸਿੰਗਾਂ ਨਾਲ ਉਹ ਸਾਡੇ ਬੀਜਾਂ ਨੂੰ ਬੀਜਣ ਲੱਗ ਪਿਆ, ਕਿਉਂਕਿ ਉਸ ਸਮੇਂ ਔਜ਼ਾਰ ਨਹੀਂ ਹੁੰਦੇ ਸਨ। ਫਿਰ ਉਸਨੇ ਹੌਲੀ ਹੌਲੀ ਹਲ ਦੀ ਖੋਜ ਕੀਤੀ। ਉਸਨੇ ਜੰਗਲੀ ਜਾਨਵਰਾਂ ਨੂੰ ਫੜ ਕੇ ਪਾਲਤੂ ਬਣਾਇਆ, ਮਤਲਬ ਉਹਨਾਂ ਨੂੰ ਪਾਲਿਆ। ਉਹਨਾਂ ਤੋਂ ਖੇਤੀ ਦਾ ਕੰਮ ਕਰਾਉਣ ਲੱਗਿਆ। ਬਲਦ, ਘੋੜੇ, ਗਧੇ ਉਸ ਦਾ ਹਲ ਖਿੱਚਣ ਲੱਗ ਪਏ। ਹੌਲੀ ਹੌਲੀ ਖੇਤ ਵੱਧ ਗਏ, ਖੇਤੀ ਫੈਲਦੀ ਗਈ। ਉਸਨੂੰ ਲੋੜ ਲਈ ਕਾਫੀ ਅਨਾਜ ਪ੍ਰਾਪਤ ਹੋਣ ਲੱਗ ਪਿਆ। ਭੋਜਨ ਦਾ ਪ੍ਰਬੰਧ ਹੋ ਜਾਣ ਕਾਰਨ ਉਹ ਜੰਗਲਾਂ ਵਿੱਚ ਘੱਟ ਜਾਣ ਲੱਗ ਪਿਆ। ਦਰਿਆਵਾਂ ਦੇ ਕਿਨਾਰਿਆਂ ਵਾਲੀ ਜ਼ਮੀਨ 'ਤੇ ਬੀਜ ਵਧੀਆ ਉੱਗਦੇ ਸਨ ਅਤੇ ਭਰਪੂਰ ਉਪਜ ਹੁੰਦੀ। ਇਸ ਲਈ ਉਹ ਨਦੀ ਦੇ ਕਿਨਾਰਿਆਂ 'ਤੇ ਰਹਿਣ ਲੱਗ ਪਿਆ। ਮਨੁੱਖ ਕੀ ਸੀ, ਹੌਲੀ ਹੌਲੀ ਉਹਨੂੰ ਖੇਤੀ ਦੀ ਸ਼ੁਰੂਆਤ ਹੋਈ ਅਤੇ ਉਹ ਦਰਿਆਵਾਂ ਜਾਂ ਨਹਿਰਾਂ ਦੇ ਕਿਨਾਰੇ ਰਹਿਣ ਲੱਗ ਪਿਆ ਤਾਂ ਜੋ ਪਾਣੀ ਦੀ ਸੁਵਿਧਾ ਹੋ ਸਕੇ। ਕਈ ਪਰਿਵਾਰ ਨੇੜੇ ਨੇੜੇ ਰਹਿਣ ਲੱਗੇ। ਹੌਲੀ ਹੌਲੀ ਪਿੰਡ ਬਣ ਗਏ। ਬਸ ਇਹ ਸਮਝੋ ਕਿ ਅੱਜ ਤੋਂ ਲਗਭਗ 1,20,000 ਤੋਂ ਸਾਲ ਦੇ ਵਿਚਕਾਰ ਪਹਿਲਾਂ ਤੁਹਾਡੇ ਪੁਰਖਾਂ ਨੇ ਖੇਤੀ ਕਰਨੀ ਸਿੱਖੀ। ਇਸ ਨਵੀਂ ਖੋਜ ਨੇ ਉਸਨੂੰ ਖੁਸ਼ਹਾਲ ਬਣਾਇਆ ਅਤੇ ਉਸਨੂੰ ਸਭਿਅਤਾ ਦੇ ਰਾਹ 'ਤੇ ਅੱਗੇ ਵਧਾਇਆ। ਦਰਿਆਵਾਂ ਦੇ ਕਿਨਾਰਿਆਂ ਵਾਲੇ ਉਹ ਪਿੰਡ ਕਸਬਿਆਂ ਵਿੱਚ ਬਦਲ ਗਏ, ਕਸਬੇ ਨਗਰਾਂ ਵਿੱਚ ਬਦਲ ਗਏ ਅਤੇ ਮਨੁੱਖੀ ਸਭਿਅਤਾ ਦਾ ਵਿਕਾਸ ਹੋ ਗਿਆ। ਸਿੰਧੂ ਘਾਟੀ ਦੀ ਸਭਿਅਤਾ ਵਿਸ਼ਵ ਦੀ ਸਭ ਤੋਂ ਪੁਰਾਤਨ ਸਭਿਅਤਾ ਸੀ। ਸਿੰਧੂ ਘਾਟੀ ਦੇ ਨਿਵਾਸੀਆਂ ਨੇ ਸਾਡੀ ਖੇਤੀ ਕੀਤੀ। ਕਣਕ, ਜੌਂ, ਕਪਾਹ, ਤਿਲ, ਮਟਰ, ਮਸਰਾਂ ਦੀ ਖੇਤੀ ਕੀਤੀ। ਉਸਨੇ ਹਾਥੀ, ਘੋੜੇ, ਗਾਂ, ਬਲਦ, ਭੇਡ, ਬੱਕਰੀਆਂ ਅਤੇ ਮੁਰਗੀਆਂ ਪਾਲੀਆਂ। ਮਹਿਜੋਦੜੋ ਅਤੇ ਹੜੱਪਾ ਵਰਗੇ ਨਗਰ ਵਸਾਏ। ਉਹਨਾਂ ਨਗਰਾਂ ਵਿੱਚ
ਉਹਨਾਂ ਨਗਰਾਂ ਵਿੱਚ ਅਨਾਜ ਦੇ ਬਹੁਤ ਵੱਡੇ ਭੰਡਾਰ ਕਾਇਮ ਕੀਤੇ। ਇਹ ਅਨਾਜ ਨਗਰ ਦੇ ਕਾਰੀਗਰਾਂ, ਮਜ਼ਦੂਰਾਂ ਅਤੇ ਬਾਕੀ ਲੋਕਾਂ ਦੇ ਕੰਮ ਆਉਂਦਾ। ਉਹਨਾਂ ਨੇ ਬਲਦ ਗੱਡੀਆਂ ਵੀ ਬਣਾਈਆਂ ਜਿਨ੍ਹਾਂ ਰਾਹੀਂ ਉਹ ਅਨਾਜ ਇੱਧਰ ਉੱਧਰ ਲੈ ਜਾਂਦੇ। ਸਾਡੀ ਸਿੰਚਾਈ ਲਈ ਉਹ ਬੰਨ ਅਤੇ ਨਹਿਰਾਂ ਵੀ ਬਣਾਈਆਂ। ਫਿਰ ਵੈਦਿਕ ਯੁੱਗ ਆਇਆ। ਅੱਜ ਤੋਂ ਕਰੀਬ 4500 ਤੋਂ 3400 ਸਾਲ ਪਹਿਲਾਂ ਵੈਦਿਕ ਯੁੱਗ ਵਿੱਚ ਆਰੀਆ ਲੋਕਾਂ ਨੇ ਸਾਨੂੰ ਬੀਜਿਆ, ਮਤਲਬ ਫਸਲਾਂ ਨੂੰ ਬੀਜਿਆ। ਉਹਨਾਂ ਨੂੰ ਸਾਡੇ ਤੋਂ ਭੋਜਨ ਮਿਲਦਾ ਸੀ, ਇਸ ਲਈ ਉਹ ਸਾਡੀ ਸੁਰੱਖਿਆ ਅਤੇ ਚੰਗੀ ਉਪਜ ਲਈ ਅਰਦਾਸਾਂ ਕਰਦੇ। ਸਾਡੇ ਅੰਨ ਨੂੰ ਦੇਵਤਾ ਜਾਂ ਪੂਜਣ ਯੋਗ ਅਤੇ ਪਵਿੱਤਰ ਮੰਨਦੇ। ਆਰੀਆ ਲੋਕ ਚੰਗੇ ਕਿਸਾਨ ਸਨ। ਉਹ ਕਣਕ, ਤਿਲ ਅਤੇ ਜੌਂ ਦੀ ਖੇਤੀ ਕਰਦੇ ਸਨ। ਖੇਤੀ ਦਾ ਗਿਆਨ ਵੱਧਦਾ ਗਿਆ। ਸਾਨੂੰ ਜ਼ਿਆਦਾ ਤੋਂ ਜ਼ਿਆਦਾ ਉਗਾਇਆ ਜਾਣ ਲੱਗਿਆ। ਕਿਤੇ ਕਣਕ ਦੀ ਚੜ੍ਹ ਮੱਚ ਗਈ ਅਤੇ ਕਿਧਰੇ ਝੋਨੇ ਦੇ ਖੇਤ ਲਹਿਰਾਉਣ ਲੱਗ ਪਏ। ਸਾਨੂੰ ਮਤਲਬ ਅੰਨ ਨੂੰ ਜ਼ਿਆਦਾ ਤੋਂ ਜ਼ਿਆਦਾ ਉਗਾਇਆ ਜਾਣ ਲੱਗਾ। ਕਿਤੇ ਗੰਨਾ, ਕਿਤੇ ਮਿਠਾਸ ਘੋਲਣ ਲੱਗਿਆ। ਪੂਰੇ ਭਾਰਤ ਵਿੱਚ ਸਾਡੀ ਖੇਤੀ ਫੈਲਣ ਲੱਗੀ। ਸਾਡੇ ਅੰਨ ਦਾ ਮਹੱਤਵ ਦੱਸਿਆ ਜਾਣ ਲੱਗਿਆ। ਮਹਾਭਾਰਤ ਕਾਲ ਆਇਆ। ਖੇਤੀ ਦੇ ਨਾਲ ਨਾਲ ਗਊ ਪਾਲਣ ਵੀ ਵੱਧ ਗਿਆ। ਸਾਡੀ ਫਸਲ, ਖੇਤੀ ਅਤੇ ਗਊ ਪਾਲਣ ਦੇ ਨਾਲ ਦੇਸ਼ ਹੋਰ ਖੁਸ਼ਹਾਲ ਹੋ ਗਿਆ। ਉਧਰ ਨੀਲ ਦਰਿਆ ਦੀ ਘਾਟੀ ਵਿੱਚ ਵੀ ਸਾਡੀ ਖੇਤੀ ਸ਼ੁਰੂ ਹੋ ਗਈ। ਉੱਥੋਂ ਦੇ ਨਿਵਾਸੀਆਂ ਨੇ ਵੀ ਹਜ਼ਾਰਾਂ ਸਾਲ ਪਹਿਲਾਂ ਸਾਡੇ ਵਿੱਚੋਂ ਕਣਕ, ਮਟਰ, ਚੁਕੰਦਰ, ਕਪਾਹ, ਅੰਜੀਰ, ਖੰਜੂਰ ਅਤੇ ਜੈਤੂਨ ਉਗਾਉਣੇ ਸ਼ੁਰੂ ਕੀਤੇ। ਉਹ ਗੁਲਾਮਾਂ ਤੋਂ ਵੀ ਖੇਤੀ ਕਰਵਾਉਣ ਲੱਗੇ। ਉਹਨਾਂ ਨੇ ਬੱਕਰੀਆਂ, ਸਣ ਅਤੇ ਗਧੇ ਵੀ ਪਾਲੇ। ਨੀਲ ਦਰਿਆ ਤੇ ਬੰਨ ਬਣਾਇਆ ਅਤੇ ਸਾਡੀ ਸਿੰਚਾਈ ਦਾ ਪ੍ਰਬੰਧ ਕੀਤਾ। ਨੀਲ ਦਰਿਆ ਦੀ ਘਾਟੀ ਲਹਿਰਾਉਣ ਲੱਗੀ ਅਤੇ ਉੱਥੇ ਵੀ ਇੱਕ ਮਹਾਨ ਸਭਿਅਤਾ ਨੇ ਜਨਮ ਲਿਆ। ਲਗਭਗ 3500 ਈਸਾ ਪੂਰਵ ਦੱਖਣੀ ਅਮਰੀਕਾ ਵਿੱਚ ਵੀ ਸਭਿਅਤਾਵਾਂ ਦਾ ਵਿਕਾਸ ਹੋਇਆ। ਇਹ ਸਭਿਅਤਾਵਾਂ ਵੀ ਸਾਡੇ ਤੇ ਹੀ ਪਲੀਆਂ। ਸਾਡੇ ਵਿੱਚੋਂ ਮੱਕੀ ਉਹਨਾਂ ਦੀ ਮੁੱਖ ਫਸਲ ਸੀ। ਸੱਚ ਮੰਨੋ ਤਾਂ ਸਾਡੀ ਮੱਕੀ ਨੂੰ ਜਿੰਨਾ ਸਨਮਾਨ ਉੱਥੋਂ ਦੇ ਵਸਨੀਕਾਂ ਨੇ ਦਿੱਤਾ, ਸ਼ਾਇਦ ਹੀ ਕਿਤੇ ਹੋਰ ਮਿਲਿਆ ਹੋਵੇ। ਉਹ ਮੱਕੀ ਤੋਂ ਇਲਾਵਾ ਮਿਰਚ, ਕਪਾਹ, ਕੋਕੋ ਅਤੇ ਆਲੂ ਦੀ ਖੇਤੀ ਕਰਦੇ ਸਨ। ਖੇਤੀ ਵਧਣ ਦੇ ਨਾਲ ਨਾਲ ਉਹਨਾਂ ਦੇ ਪਿੰਡ ਵੀ ਫੈਲਦੇ ਗਏ। ਕਹਿਣ ਦਾ ਮਤਲਬ ਇਹ ਹੈ ਕਿ ਹਰੇਕ ਸਭਿਅਤਾ ਦਾ ਵਿਕਾਸ ਸਾਡੇ ਨਾਲ ਹੀ ਹੋਇਆ। ਹਰੇਕ ਸਭਿਅਤਾ ਸਾਡੇ ਉੱਪਰ ਹੀ ਪਲੀ। ਇੰਝ ਸਮਝੋ ਕਿ ਜਿੱਥੇ ਜਿੱਥੇ ਸਾਡੇ ਬੀਜ ਉਗ ਪਏ, ਉੱਥੇ ਉੱਥੇ ਮਨੁੱਖੀ ਸਭਿਅਤਾ ਦਾ ਜਨਮ ਹੋਇਆ। ਇੱਕ ਗੱਲ ਹੋਰ, ਮਨੁੱਖ ਨੇ ਸਾਡੇ ਉੱਤੇ ਬਹੁਤ ਅਹਿਸਾਨ ਕੀਤਾ। ਸਾਨੂੰ ਪਿਆਰ ਨਾਲ ਪਾਲਤੂ ਬਣਾਇਆ। ਇਸ ਲਈ ਉਸਨੇ ਬਹੁਤ ਮੁਸ਼ਕਿਲਾਂ ਝੱਲੀਆਂ। ਤੁਹਾਡੇ ਪੁਰਖਿਆਂ ਨੇ, ਤੁਹਾਡੇ ਬਜ਼ੁਰਗਾਂ ਨੇ ਨਾ ਜਾਣੇ ਕਿੰਨੇ ਦਰੱਖਤਾਂ ਅਤੇ ਦੂਜੀਆਂ ਬਨਸਪਤੀਆਂ ਨੂੰ ਵੇਖਿਆ, ਪਰਖਿਆ ਅਤੇ ਸਵਾਦ ਵੇਖਿਆ। ਉਹਨਾਂ ਵਿੱਚੋਂ ਕਈ ਪੌਦੇ ਕੌੜੇ ਅਤੇ ਕੁਸੈਲੇ ਸਨ, ਕਈ ਨਸ਼ੀਲੇ ਅਤੇ ਕਈ ਜ਼ਹਿਰੀ। ਪਰ ਸਵਾਦ ਵੇਖ ਕੇ ਉਸਨੇ ਅਣਗਿਣਤ ਪੌਦਿਆਂ ਵਿੱਚੋਂ ਸਾਡੀ ਚੋਣ ਕੀਤੀ, ਆਪਣੇ ਖੇਤਾਂ ਅਤੇ ਬਾਗ ਬਗੀਚਿਆਂ ਵਿੱਚ ਉਗਾਇਆ। ਇਹ ਸਾਰਾ ਕੁਝ ਦਿਨਾਂ ਜਾਂ ਸਾਲਾਂ ਵਿੱਚ ਨਹੀਂ ਹੋਇਆ, ਸਗੋਂ ਇਸਨੂੰ ਹਜ਼ਾਰਾਂ ਸਾਲ ਲੱਗ ਗਏ। ਕਿਤੇ ਜਾ ਕੇ ਮਨੁੱਖ ਨੇ ਸਾਨੂੰ ਆਪਣੀ ਫਸਲ ਦਾ ਰੂਪ ਦਿੱਤਾ। ਉਸਨੇ ਸਾਨੂੰ ਕਿੱਥੋਂ ਕਿੱਥੋਂ ਨਹੀਂ ਚੁਗਿਆ। ਸਾਡੇ ਵਿੱਚੋਂ ਕਣਕ, ਜੌਂ, ਚੌਲ, ਜਵਾਰ, ਕਪਾਹ, ਸੋਇਆਬੀਨ, ਗੰਨਾ, ਚਾਹ ਵਰਗੀਆਂ ਫਸਲਾਂ ਉਸਨੂੰ ਏਸ਼ੀਆ ਵਿੱਚੋਂ ਮਿਲੀਆਂ। ਚੁਕੰਦਰ ਪੱਛਮੀ ਏਸ਼ੀਆ ਅਤੇ ਯੂਰਪ ਵਿੱਚੋਂ, ਕਾਫੀ ਅਫਰੀਕਾ ਵਿੱਚੋਂ, ਮੱਕੀ, ਆਲੂ, ਮੂੰਗਫਲੀ, ਤੰਬਾਕੂ ਦੱਖਣੀ ਅਫਰੀਕਾ ਅਤੇ ਕੋਕੋ ਮੱਧ ਪ੍ਰਦੇਸ਼ ਵਿੱਚੋਂ ਮਿਲੇ। ਸਾਡੇ ਲਈ ਮਨੁੱਖ ਨੇ ਕਈ ਲੜਾਈਆਂ ਲੜੀਆਂ। ਕਈ ਸਾਮਰਾਜ ਸਾਡੇ ਕਾਰਨ ਵਧੇ ਫੁੱਲੇ ਅਤੇ ਕਈ ਸਮਾਪਤ ਹੋ ਗਏ। ਜਿੱਥੇ ਜਿੱਥੇ ਮਨੁੱਖ ਗਿਆ, ਸਾਨੂੰ ਨਾਲ ਲੈ ਕੇ ਗਿਆ। ਇਸ ਤਰ੍ਹਾਂ ਅਸੀਂ ਵੀ ਕਿੱਥੇ ਕਿੱਥੇ ਪਹੁੰਚ ਗਈਆਂ, ਮਤਲਬ ਫਸਲਾਂ ਹਰ ਸੰਸਾਰ ਦੇ ਕੋਨੇ ਵਿੱਚ ਪਹੁੰਚ ਗਈਆਂ। ਸਾਡੇ ਵਿੱਚੋਂ ਚੌਲ ਭਾਰਤ ਤੋਂ ਹੋ ਕੇ ਚੀਨ, ਜਾਪਾਨ ਰਾਹੀਂ ਸਾਰੇ ਸੰਸਾਰ ਵਿੱਚ ਫੈਲ ਗਏ। ਪੱਛਮੀ ਏਸ਼ੀਆ ਵਿੱਚ ਪੈਦਾ ਹੋਈ ਕਣਕ ਅੱਜ ਸਾਰੀ ਦੁਨੀਆ ਵਿੱਚ ਲਹਿਰਾਉਂਦੀ ਹੈ। ਭਾਰਤ ਦਾ ਗੰਨਾ ਕਈ ਦੇਸ਼ਾਂ ਦੀ ਮੁੱਖ ਫਸਲ ਬਣ ਕੇ ਦੁਨੀਆ ਭਰ ਦੇ ਲੋਕਾਂ ਦਾ ਮੂੰਹ ਮਿੱਠਾ ਕਰ ਰਿਹਾ ਹੈ। ਦੱਖਣੀ ਅਮਰੀਕਾ ਦੀ ਮੱਕੀ, ਆਲੂ ਅਤੇ ਤੰਬਾਕੂ ਨੂੰ ਅੱਜ ਨਾ ਜਾਣੇ ਕਿੰਨੇ ਦੇਸ਼ ਉਗਾ ਰਹੇ ਹਨ। ਮੂੰਗਫਲੀ ਖਾਂਦਿਆਂ ਕਦੇ ਸੋਚਿਆ ਹੈ ਕਿ ਇਸ ਦਾ ਜਨਮ ਦੱਖਣੀ ਅਮਰੀਕਾ ਵਿੱਚ ਹੋਇਆ ਹੈ? ਅੱਜ ਇੱਥੇ ਇਸ ਨੂੰ ਕਿਹੜਾ ਨਹੀਂ ਜਾਣਦਾ। ਚੀਨ ਦੀ ਸੋਇਆਬੀਨ ਸੰਸਾਰ ਦੇ ਅਨੇਕਾਂ ਦੇਸ਼ਾਂ ਵਿੱਚ ਉਗਾਈ ਜਾ ਰਹੀ ਹੈ। ਇਸ ਤਰ੍ਹਾਂ ਜਿੱਥੇ ਜਿੱਥੇ ਵੀ ਆਦਮੀ ਦੇ ਕਦਮ ਗਏ, ਉੱਥੇ ਸਾਡੀਆਂ ਜੜ੍ਹਾਂ ਲੱਗ ਗਈਆਂ। ਬੱਚੋ, ਸਾਡੀ ਫਸਲਾਂ ਦੀ ਕਹਾਣੀ ਇੰਝ ਹੀ ਅੱਗੇ ਤੁਰਦੀ ਗਈ ਅਤੇ ਅੱਜ ਵੀ ਤੁਰ ਰਹੀ ਹੈ। ਔਖੇ ਸ਼ਬਦਾਂ ਦੇ ਅਰਥ: ਸਭਿਅਤਾ ਕਿਸੇ ਇਲਾਕੇ ਦੇ ਲੋਕਾਂ ਦਾ ਜੀਵਨ ਬਤੀਤ ਕਰਨ ਦਾ ਢੰਗ ਜਾਂ ਪੱਧਰ। ਪੁਰਖੇ, ਬਜ਼ੁਰਗ, ਕੰਦ ਮੂਲ, ਜੰਗਲ ਵਿੱਚੋਂ ਪੈਦਾ ਹੋਣ ਵਾਲਾ ਆਹਾਰ। ਨਮੀ, ਧਰਤੀ ਦਾ ਗਿੱਲਾਪਨ। ਫੁਟਾਰਾ, ਪੁੰਗਰਨਾ। ਸਿੰਧ ਦਰਿਆ ਦਾ ਨਾਮ। ਘਾਟੀ, ਪਹਾੜਾਂ ਦੀ ਨਿਮਾਣਤਾ ਵਾਲੀ ਜਗ੍ਹਾ। ਆਰੀਆ, ਇੱਕ ਸਭਿਅਤਾ ਦੇ ਲੋਕ। ਪੂਰਬ, ਪਹਿਲਾਂ। ਤੁਸੀਂ ਇਹਨਾਂ ਔਖੇ ਸ਼ਬਦਾਂ ਨੂੰ ਯਾਦ ਕਰਨਾ ਹੈ।